फैसलाबाद में एक ही खानदान को डाकुओं ने 14 बार लूट लिया। 14 मुकदमात दर्ज मगर मुलजिम एक भी ना पकड़ा गया। पहली डकैती हुई सी 2014 ਚ 5 ਮੁਕਦਮੇ ਇਸ ਦੁਕਾਨ ਦੇ ਹੈ 55 ਲੱਖ रुपए ਦਾ नुकसान हो चुका है। मुदीम साहब मुझे बताइएगा कब से ये डकैतियों का सिलसिला शुरू हुआ है और अब तक कितने मुकदमात दर्ज हो चुके हैं आपके? ਤਕਰੀਬਨ ਜੀ ਪਹਿਲੀ ਚੋਰੀ ਤਾਂ ਹੋਈ ਸੀ ਕਿ ਡਕੈਤੀ ਹੋਈ ਸੀ 2014 ਚ। ਉਸ ਤੋਂ ਬਾਅਦ 21 ਤੋਂ 26 ਤੱਕ ਤਕਰੀਬਨ 14 ਇੱਕ ਮੁਕਦਮੇ ਹੈਗੇ ਆ ਸਾਡੇ ਤੇ ਇਹ 5 ਮੁਕਦਮੇ ਇਸ ਦੁਕਾਨ ਦੇ ਹੈ। ਉਸ ਤੋਂ ਬਾਅਦ ਬਾਕੀ ਜਿਹੜੇ ਮੁਕਦਮੇ ਹੈਗੇ ਸਾਡੇ ਸੇਲਮੈਨਾਂ ਕੋਲ ਮਾਲ ਲੈ ਕੇ ਜਾਂਦੇ ਰਹੇ ਆ, ਸੇਲਮੈਨਾਂ ਨੂੰ ਲੁੱਟਦੇ ਰਹੇ ਆ। ਤਕਰੀਬਨ ਟੋਟਲ ਮੁਕਦਮੇ ਇਸ ਟਾਈਮ 14 ਹੋ ਚੁੱਕੇ ਆ ਜੀ। ਇਹ ਹੁਣ ਤੱਕ ਕਿੰਨੀ ਮਾਲੀਅਤ ਦੀ ਡਕੈਤੀ ਹੋ ਚੁੱਕੀ ਤੁਹਾਡੀ? ਜੀ ਸਾਡੀ ਮਾਲੀਅਤ ਦੀ ਤਕਰੀਬਨ ਇਸ ਟਾਈਮ 55 ਲੱਖ रुपए का नुकसान हो चुका है। आज तक जितने आपने मुकदमात दर्ज करवाए हैं, आपकी तरफ से मुकदमा दर्ज करवाए जा चुके हैं जो, उनमें से कोई ऐसा मुकदमा भी है जिसमें आपको रिकवरी दी गई हो लेकर? नहीं सर, ऐसा मुकदमा ऐसा इस टाइम तक तो कोई नहीं हैगा ਜਿਹਦੇ ਚ ਸਾਨੂੰ ਰਿਕਵਰੀ ਮਿਲੀ ਹੋਵੇ। ਸਾਡਾ ਤਾਂ ਪਹਿਲੀ ਗੱਲ ਪਰਚਾ ਬਹੁਤ ਮੁਸ਼ਕਿਲ ਕੱਟਿਆ ਜਾਂਦਾ ਤੇ ਰਿਕਵਰੀ ਸਾਨੂੰ ਕਿਧਰੋਂ ਮਿਲੇ। ਅਸੀਂ ਤਾਂ ਪਰਚਾ ਕਟਾਉਣ ਵਾਸਤੇ 2-2 ਦਿਨ ਦੌੜਦੇ ਰਹਿੰਦੇ ਆ ਵੀ ਸਰ ਸਾਡਾ ਨੁਕਸਾਨ ਹੋ ਗਿਆ, ਸਾਡਾ ਪਰਚਾ ਕੱਢ ਲਓ, ਤੇ ਸਾਡਾ ਪਰਚਾ ਕੱਟਣ ਵਾਸਤੇ ਉਹਨਾਂ ਨੂੰ 2 ਦਿਨ ਚਾਹੀਦੇ ਆ। ਸਾਡੀ ਉਹਨਾਂ ਨੇ ਡਕੈਤੀ ਦੀ ਜਾਂ ਰਿਕਵਰੀ ਕਿਧਰੋਂ ਸਾਨੂੰ ਦੇਣੀ? आज तक जो मुकदमात आपकी तरफ से दर्ज करवाए गए हैं, मुझे बताइएगा उन डकैतियों का हवाल। 5 ਡਕੈਤੀਆਂ ਜੀ ਇਸ ਦੁਕਾਨ ਤੋਂ ਹੋ ਚੁੱਕੀਆਂ ਵਾ। 2 ਚੋਰੀਆਂ ਹੋਈਆਂ ਜੀ ਤੇ 3 ਤੋਂ 4 ਡਕੈਤੀਆਂ ਹੋਈਆਂ। ਉਸ ਤੋਂ ਬਾਅਦ ਮੁਸਲਸਲ ਪੈਂਸਰੇ ਹੋਈ ਆ ਚੋਰੀ। 2014 ਤੋਂ ਹੀ ਉੱਥੋਂ ਪੈਂਸਰੀ ਹੋਈ ਸੀਗੀ। ਉਸ ਤੋਂ ਬਾਅਦ ਬਾਕੀ ਪੈਂਸਰੇ ਦੇ ਜਿਹੜੇ ਸੇਲਮੈਨ ਹੈਗੇ ਆ, ਟ੍ਰੇਡਰ ਦੇ ਨਾਮ ਤੋਂ ਏਜੰਸੀ ਆ, ਉਸ ਏਜੰਸੀ ਤੋਂ ਤਕਰੀਬਨ ਸੇਲਮੈਨ ਜਾਂਦੇ ਆ। ਅਕਸਰ ਡਕੈਤੀ ਵਾਲੇ ਚੋਰ ਡਕੈਤੀ ਕਰ ਲੈਂਦੇ ਆ, ਸੇਲਮੈਨ ਕੋ ਪੈਸੇ ਲੈ ਲੈਣੇ, ਸਿਗਰਟ ਲੈ ਲੈਣੀ, ਤੇ ਮੁਕਦਮੇ ਵੀ ਦਰਜ ਕਰਾਈਦੇ ਆ। ਲੇਕਿਨ ਇਸ ਟਾਈਮ ਸਾਨੂੰ ਕੋਈ ਰਦੇ ਅਮਲ ਨਹੀਂ ਮਿਲਿਆ ਹੈਗਾ। ਤੁਹਾਡੀ ਦੁਕਾਨ ਦੇ ਵਿੱਚੋਂ ਜਦੋਂ ਡਕੈਤੀ ਹੋਈ ਤੇ ਕੀ ਲੈ ਕੇ ਗਏ ਡਕੈਤ, ਤੇ ਕਿੰਨੀ ਮਾਲੀਅਤ ਦੀ ਉਹ ਡਕੈਤੀ ਸੀ? ਸਰ ਪਹਿਲੀ ਦਫਾ ਜਿਹੜੀ ਪਹਿਲੀ ਚੋਰੀ ਹੋਈ ਉਹਦੇ ਤਕਰੀਬਨ 2 ਲੱਖ ਦੇ ਤਕਰੀਬਨ ਮਾਲ ਲੈ ਗਏ ਸੀਗੇ, ਜਿਹਦੇ 'ਚ ਕੁਝ ਕੈਸ਼ ਹੈਗਾ, ਕੁਝ ਬਾਉਂਡ ਸੀਗੇ ਉਸ ਟਾਈਮ, ਤੇ ਕੁਝ ਸਿਗਰਟ ਤੇ ਕੀ ਲੈ ਗਏ ਸੀ। ਦੂਸਰੀ ਡਕੈਤੀ ਉਹਨਾਂ ਨੇ ਚੋਰੀ ਹੋਈ, ਉਹਨਾਂ ਨੇ ਛੱਤ ਪਾੜ ਕੇ ਅੰਦਰ ਆਏ ਸੀ ਬੰਦੇ, ਉਧਰੋਂ ਉਸ ਟਾਈਮ ਹੀ ਸਿਗਰਟ ਔਰ ਸਿਰਫ ਘੀ ਚੱਕਿਆ ਗਿਆ। ਤੀਸਰੀ ਜਦੋਂ ਚੋਰੀ ਹੋਈ, ਮੁਸਲਸਲ ਭਾਈ ਛੋਟੇ ਨੇ ਦੁਕਾਨ ਖੋਲੀ, ਤਕਰੀਬਨ 9 ਵਜੇ ਦਾ ਟਾਈਮ ਸੀਗਾ ਜੀ। ਬੰਦੇ ਮੋਟਰਸਾਈਕਲ ਤੇ ਆ ਕੇ ਗਨ ਪੁਆਇੰਟ ਤੇ ਸਾਡੇ ਕੋਲ ਤਕਰੀਬਨ 7 ਲੱਖ ਰੁਪਇਆ ਲੈ ਗਏ ਸੀ। ਉਸ ਤੋਂ ਬਾਅਦ ਜਿਹੜੀ ਚੌਥੀ ਡਕੈਤੀ ਹੋਈ, ਉਹਨਾਂ ਨੇ ਗਨਮੈਨ ਨੂੰ ਆ ਕੇ ਪਹਿਲੇ ਫੜਿਆ, ਉਹਨੂੰ ਫੜ ਕੇ ਤੇ ਤਕਰੀਬਨ 2 ਘੰਟੇ 3 ਘੰਟੇ ਮੁਸਲਸਲ ਉਹਨੂੰ ਫਿਰਾਉਂਦੇ ਰਹੇ। ਉਸ ਤੋਂ ਬਾਅਦ ਉਹਨਾਂ ਨੇ ਤਾਲੇ ਤੋੜੇ, ਦੁਕਾਨ ਦੇ ਤਾਲੇ ਤੋੜ ਕੇ ਉਹਨਾਂ ਨੇ ਸ਼ਟਲ ਕੱਟੇ ਆ। ਸ਼ਟਲ ਕੱਟ ਕੇ ਤਕਰੀਬਨ ਉਹਨਾਂ ਨੇ ਸਾਡਾ ਮਾਲ ਲੋਡ ਸ਼ੁਰੂ ਕਰਤਾ। ਤਕਰੀਬਨ ਉਸ ਟਾਈਮ 5 ਗੱਤੇ 6 ਗੱਤੇ ਕੈਪਟਨ ਗੁੱਡ ਫਲੈਗ ਸਿਗਰਟ ਦੇ ਲੈ ਗਏ। ਉਸ ਤੋਂ ਬਾਅਦ ਕਸ਼ਮੀਰ ਘੀ ਸੀਗਾ, ਚਾਵਾਂ ਸੀਗੀਆਂ। ਉਸ ਤੋਂ ਬਾਅਦ ਬਾਲਟੀਆਂ ਪਈਆਂ ਸੀ ਘਿਓ ਦੀਆਂ, ਜਿਹੜੀਆਂ ਉਹਨਾਂ ਨੇ ਮੁਸਲਸਲ ਲੋਡ ਕਰ ਲਈਆਂ। ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਤੁਸੀਂ ਹੁਣ ਤੱਕ ਮੁਕੱਦਮੇ ਦਰਜ ਕਰਵਾ ਚੁੱਕੇ ਜੋ, ਤੇ ਇਹਨਾਂ ਵਿੱਚ ਜਿੰਨੇ ਮੁਕੱਦਮਾਤ ਨੇ ਇਹਨਾਂ ਦੇ ਵਿੱਚ ਮੁਦਈ ਕੌਣ ਹੈ? ਇਹਨਾਂ 'ਚ ਮੁਦਈ ਹੈਗਾ ਜੀ 5 ਪਰਚਿਆਂ 'ਚ ਮੁਦਈ ਮੈਂ ਹੈਗਾ, ਨਦੀਮ ਹੈਦਰ, ਤੇ ਬਾਕੀ ਜਿਹੜੇ ਪਰਚੇ ਹੈਗੇ ਉਹਦੇ ਪਾਸ ਮੁਦਈ ਹੈਗਾ, ਤੇ ਸਾਰੇ ਪਰਚੇ ਥਾਣਾ ਠਿਕਰੀ ਵਾਲੇ 'ਚ। ਸਾਰੇ 12 ਦੇ 12 ਮੁਕੱਦਮਾਤ ਥਾਣਾ ਠਿਕਰੀ ਵਾਲੇ ਦੇ ਵਿੱਚ ਦਰਜ? ਹਾਂਜੀ, ਸਾਰੇ ਮੁਕੱਦਮਾਤ ਜਿਹੜੇ ਵੀ ਹੈਗੇ ਸਾਡੇ 2014 21 ਤੋਂ 26 25 ਤੱਕ ਸਾਰੇ ਮੁਕੱਦਮੇ ਜਿਹੜੇ ਹੈਗੇ ਥਾਣਾ ਠਿਕਰੀ ਵਾਲੇ ਦਰਜ ਹੈਗੇ। ਇਹ ਆਪਣੇ ਜਿਹੜੇ ਮੁਕੱਦਮਾਤ ਨੇ, ਇਹਨਾਂ ਮੁਕੱਦਮਾਤ ਦੇ ਵਿੱਚ ਕਿਸੇ ਨੂੰ ਤੁਸੀਂ ਨਾਮਜ਼ਦ ਕੀਤਾ ਵਾ ਜਾਂ ਕਿਸੇ ਨਾਮਲੂਮ ਅਫਰਾਦ ਦੇ ਖਿਲਾਫ ਹੀ ਮੁਕੱਦਮਾਤ ਦਰਜ ਨੇ? ਸਾਰੇ ਨਾਮਲੂਮ ਅਫਰਾਦ ਦੇ ਦਰਜ ਹੈਗੇ। ਕਿਸੇ ਦੇ ਨਾਮ ਫਿਲਹਾਲ ਅਸੀਂ ਨਾਮਜ਼ਦ ਨਹੀਂ ਕੀਤਾ ਹੈਗਾ। ਜਦੋਂ ਸਾਨੂੰ ਪਤਾ ਹੀ ਨਹੀਂ ਹੈਗਾ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਨਾਮਲੂਮ ਹੀ ਪਰਚਾ ਕਰਾਉਣਾ। ਜਦੋਂ ਮਾਲੂਮ ਤਾਂ ਹੋ ਜਾਵੇ ਤਾਂ ਫਿਰ ਤਾਂ ਚੋਰੀ ਲੱਭ ਗਈ। ਜਦੋਂ ਕੋਈ ਨਵਾਂ ਐਸਐਚਓ ਆਉਂਦਾ, ਤਫਤੀਸ਼ੀ ਆਉਂਦਾ, ਜਦੋਂ ਤੁਸੀਂ ਉਹਦੇ ਸਾਹਮਣੇ ਜਾ ਕੇ 12 ਮੁਕੱਦਮਾਤ ਦੀ ਫਹਿਰਿਸਤ ਰੱਖਦੇ ਕਿ ਇਹ 12 ਮੁਕੱਦਮਾਤ ਸਾਡੇ ਨੇ ਔਰ ਇਹਨਾਂ 12 ਮੁਕੱਦਮਾਤ ਦੇ ਵਿੱਚੋਂ ਤੁਹਾਨੂੰ ਇੱਕ ਮੁਕੱਦਮੇ ਦੇ ਵਿੱਚੋਂ ਵੀ ਰਿਕਵਰੀ ਨਹੀਂ ਦਿੱਤੀ ਗਈ, ਤੇ ਉਹ ਐਸਐਚਓ ਦਾ ਕੀ ਕਹਿਣਾ ਹੁੰਦਾ? ਪਹਿਲੀ ਗੱਲ ਤਾਂ ਸਾਰੇ ਹੈ ਕਿ ਸਾਨੂੰ ਐਸਐਚਓ ਟਾਈਮ ਹੀ ਨਹੀਂ ਦਿੱਤਾ। ਜੇ ਗਲਤੀ ਨਾਲ ਟਾਈਮ ਮਿਲ ਵੀ ਗਿਆ, ਜੇ ਟਾਈਮ ਲੈ ਵੀ ਲਿਆ, ਜੇ ਸਾਨੂੰ ਅਚਾਨਕ ਮਿਲ ਵੀ ਗਿਆ, ਉਹਨੇ ਪਹਿਲੀ ਗੱਲ ਸਾਡੀ ਗੱਲ ਹੀ ਨਹੀਂ ਸੁਣਨੀ। ਜੇ ਦਰਖਾਸਤਾਂ ਉਹਦੇ ਅੱਗੇ ਰੱਖਤੀਆਂ, ਉਹਦੇ ਅੱਗੇ ਪਰਚੇ ਦੀਆਂ FIRਾਂ ਦੀਆਂ ਕਾਪੀਆਂ ਰੱਖੀਆਂ, ਸਾਰਾ ਹੋ ਗਿਆ। ਇਹ ਕਦੋਂ ਹੋਈਆਂ, ਕਿਹੜੀ ਜਗ੍ਹਾ ਦੀ ਦੁਕਾਨ ਹੈਗੀ ਆ, ਠੀਕ ਹੈ ਅਸੀਂ ਚੱਕਰ ਲਾਵਾਂਗੇ, ਫਿਰ ਤੁਹਾਨੂੰ ਮਿਲਾਂਗੇ। ਉਸ ਤੋਂ ਬਾਅਦ ਸਾਨੂੰ ਮਿਲਣਾ ਕੀ, ਦੇਖਣਾ ਕੀ, ਮਿਲਣਾ ਹੀ ਗੁਆਰਾ ਨਹੀਂ ਕਰਦੇ ਹੈਗੇ। ਤੇ ਜੇ ਮਿਲ ਵੀ ਗਿਆ ਤੇ ਫਿਰ ਸਰ
ਆ ਜਾਂਦੇ ਆ, ਕਰਦੇ ਆ। ਮੈਂ ਤਫਤੀਸ਼ੀਆਂ ਨੂੰ ਕਹਿ ਦਿੰਦਾ, ਉਹ ਤੁਹਾਡੀ ਗੱਲ ਸੁਣ ਲੈਣਗੇ। ਤਫਤੀਸ਼ੀ ਕੀ ਕਰਦੇ ਆ, ਸਾਨੂੰ ਬੁਲਾ ਕੇ ਸਾਨੂੰ ਪਹਿਲੇ ਤਾਂ 3-3 ਘੰਟੇ ਉੱਥੇ ਬਿਠਾਣਾ, 4-4 ਘੰਟੇ ਬਾਹਰ ਬੈਠ ਜਾਓ, ਮੈਂ ਆ ਸੁਣ ਲਈ, ਇਸ ਤੋਂ ਬਾਅਦ ਤੁਹਾਡੀ ਗੱਲ ਸੁਣਦੇ ਆ। ਉਸ ਤੋਂ ਬਾਅਦ ਜਿਸ ਗੱਲ ਸੁਣੀ ਤੇ ਸਰ ਤੁਹਾਡੇ ਮੁਕੱਦਮੇ ਤੇ ਗੌਰ ਕਰ ਰਹੇ ਆ, ਇਨਸ਼ਾਅੱਲਾ ਬਿਹਤਰ ਹੋ ਜਾਏਗਾ। ਇਹ ਆਪਣਾ ਜਿਹੜੇ ਮੁਕੱਦਮਾਤ ਹੋਏ ਨੇ ਦਰਜ, ਇਹ SHO ਦੇ ਤੁਸੀਂ ਪੇਸ਼ ਹੋਏ, ਇਸ ਤੋਂ ਇਲਾਵਾ ਕਿਸੇ ਆਲਾ ਅਫਸਰ ਦੇ ਕੋਲ, SP ਦੇ ਕੋਲ, ਜਾਂ ਇਸ ਤੋਂ ਇਲਾਵਾ CPO ਜਾਂ RPO ਦੇ ਕੋਲ ਵੀ ਤੁਸੀਂ ਲੈ ਕੇ ਗਏ ਮੁਕੱਦਮਾਤ? ਅਸੀਂ ਸਰ ਪਹਿਲੇ CPO ਤੇ ਦਰਖਾਸਤ ਦਿੱਤੀ, ਉਸ ਤੋਂ ਬਾਅਦ RPO ਤੇ ਦਰਖਾਸਤ ਦਿੱਤੀ, ਉਸ ਤੋਂ ਬਾਅਦ IG ਪੰਜਾਬ ਤੇ ਦਰਖਾਸਤ ਦਿੱਤੀ। ਉਹ ਸਾਰੀਆਂ ਮਿਲੋ ਕੇ ਜਾਂ DSP ਤੇ ਲਾ ਦਿੰਦੇ ਆ ਜਾਂ SP ਤੇ ਦਰਖਾਸਤ ਮਾਰਕ ਕਰ ਦਿੰਦੇ। ਜਦੋਂ SP ਕੋਲ ਜਾਂਦੇ ਆ, ਟਾਈਮ ਲੰਮੀਆਂ ਕਤਾਰਾਂ 'ਚ ਸਾਨੂੰ ਲਾ ਕੇ, ਤੋਂ ਕਹਿੰਦੇ ਆ ਜੀ ਠੀਕ ਆ ਸਰ, ਤੁਸੀਂ ਬੜੇ ਦੂਰੋਂ ਸਫ਼ਰ ਕਰਕੇ ਆਏ, ਇਨਸ਼ਾਅੱਲਾ ਤੁਹਾਡਾ ਕੰਮ ਜਲਦੀ ਹੋ ਜਾਏਗਾ। ਤਕਰੀਬਨ 5 ਸਾਲ ਹੋ ਗਏ ਆ ਇਸੇ ਗੱਲ ਨੂੰ ਸੁਣਦਿਆਂ ਵੀ ਸਰ ਜਦੋਂ ਵੀ ਗਏ ਆ SP ਕੋਲ, ਹਰ ਪਹਿਲੀ ਗੱਲ 2 ਮਹੀਨਿਆਂ ਬਾਅਦ SP ਚੇਂਜ ਹੋ ਜਾਂਦਾ। SP ਕੋ ਪੇਸ਼ ਹੋਇਆ ਕਿਸੇ ਦਰਖਾਸਤ ਦੇ ਤਰਫੋਂ, ਤੇ ਉਹਨਾਂ ਨੇ ਕਹਿਣਾ ਸਰ ਇਨਸ਼ਾਅੱਲਾ ਤੁਹਾਡਾ ਕੰਮ ਹੋ ਜਾਂਦਾ। ਮੈਂ ਬੁਲਾਵਾਂਗਾ ਉਹਨਾਂ ਨੂੰ, ਤਫਤੀਸ਼ੀਆਂ ਤਫਤੀਸ਼ੀਆਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਦੇ ਆ। ਪਹਿਲੀ ਗੱਲ ਤਾਂ ਹੈ ਕਿ ਜਾਂ ਤਾਂ SP ਤਫਤੀਸ਼ੀ ਬੁਲਾਉਂਦਾ ਨਹੀਂ, ਤੇ ਜਾਂ ਫਿਰ ਤਫਤੀਸ਼ੀ SP ਦੇ ਸਾਹਮਣੇ ਪੇਸ਼ ਨਹੀਂ ਹੁੰਦਾ। ਤੁਹਾਡੇ ਇਰਦ ਗਿਰਦ ਵੀ ਇਦਾਂ ਹੀ ਡਕੈਤੀਆਂ ਹੁੰਦੀਆਂ, ਸਿਰਫ ਤੁਹਾਡੇ ਨਾਲ ਹੀ ਇਹ ਵਾਕਿਆਤ ਪੇਸ਼ ਹੁੰਦੇ? ਨਹੀਂ ਸਰ, ਤਕਰੀਬਨ 2021 ਤੋਂ ਆ ਕੇ ਇੱਥੇ ਬੈਠੇ ਆ ਦੁਕਾਨ 'ਚ। 2021 'ਚ ਇਹ ਦੁਕਾਨ ਬਣੀ ਸੀ ਤੇ ਹੁਣ ਤਕਰੀਬਨ 6 ਸਾਲ ਹੋ ਗਏ ਆ। ਮੇਰੇ ਖਿਆਲ ਨਾਲ ਇਸ ਰੋਡ ਤੇ ਜਾਂ ਇਸ ਪਿੰਡ 'ਚ ਐਸੀ ਡਕੈਤੀ ਕੋਈ ਨਹੀਂ ਹੋਈ ਜਾਂ ਚੋਰੀ ਨਹੀਂ ਹੋਈ ਵੀ ਜਿਹੜੀ ਕਿਹਾ ਜਾਵੇ ਵੀ ਇਹ ਸਾਡੀ ਨਹੀਂ, ਸਿਰਫ ਪਿੰਡ 'ਚ ਵੀ ਹੋ ਰਹੀ ਹੈ। ਮੇਰੀ ਤਾਂ ਮੁਸਲਸਲ ਹੀ ਹੋ ਰਹੀ ਹੈ। ਨਹੀਂ